सेवा सिमरन वंड छकना किरत करना ਇਹ ਤੇ ਆਪਣੀ ਸਿੱਖੀ ਦੇ ਸਿਧਾਂਤ ਹੈਗੇ ਨੇ ਜੋ ਗੁਰੂ ਮਹਾਰਾਜ ਜੀ ਨੇ ਸਾਨੂੰ ਦਿੱਤੇ ਨੇ। ਕਹਿੰਦੇ ਨੇ ਨਾ ਪੇਕਾ ਘਰ ਜਦੋਂ ਮਜ਼ਬੂਤ ਹੁੰਦਾ ਨਾ ਤੇ ਫਿਰ ਧੀਆਂ ਵੀ ਬੜੇ ਆਰਾਮ ਨਾਲ ਲੜਦੀਆਂ। ਸਾਡਾ ਪੇਕਾ ਮਜ਼ਬੂਤ ਹੈ, ਪੇਕਾ ਪੰਜਾਬ ਵੀ ਹੈ ਤੇ ਪੇਕਾ NRI ਵੀ ਹੈ। ਉਹ ਸਾਰਿਆਂ ਦੀ ਮਦਦ ਦੇ ਨਾਲ ਅਸੀਂ ਲੋਕ ਇੱਥੇ ਡਟੇ ਹੋਏ ਹਾਂ ਕਿ ਸਾਡੇ ਨਾਨਕੇ ਵੀ ਕਿਸਾਨ ਤੇ ਸਾਡੇ ਦਾਦਕੇ ਵੀ ਕਿਸਾਨ। ਅਸੀਂ ਚਾਹੁੰਦੇ ਹਾਂ ਕਿ ਅਮਿਤ ਸ਼ਾਹ ਜੀ ਨੂੰ ਤੇ ਆਪਣੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਲਦ ਤੋਂ ਜਲਦ ਕਿਸਾਨਾਂ ਦੇ ਮੁੱਦੇ ਹੱਲ ਕੀਤੇ ਜਾਣ। ਮਤਲਬ ਸਰਕਾਰਾਂ ਕਹਿੰਦੀਆਂ ਨੇ ਸਰਦਾਰਾਂ ਨੂੰ ਕਿ ਇਹ ਜਿਹੜੇ ਕਾਨੂੰਨ ਨੇ ਨਾ ਇਹਨਾਂ ਵਾਸਤੇ ਬੜੇ ਲਾਭਦਾਇਕ ਨੇ, ਪ੍ਰੋਫਿਟ ਵਾਲੇ ਨੇ। ਜਦੋਂ ਸਰਦਾਰ ਕੌਮ ਨੂੰ, ਸਿੰਘਾਂ ਨੂੰ, ਕਿਸਾਨਾਂ ਨੂੰ, ਜਾਟਾਂ ਨੂੰ, ਪੰਜਾਬ ਨੂੰ, ਹਰਿਆਣਾ ਨੂੰ, ਪੂਰੇ ਦੇਸ਼ ਦੇ ਕਿਸਾਨਾਂ ਨੂੰ ਜਦੋਂ ਸਾਨੂੰ ਪਤਾ ਲੱਗ ਰਿਹਾ ਕਿ ਸਾਡੇ ਲਾਭਦਾਇਕ ਨਹੀਂ ਨੇ ਤੇ ਸਾਡੇ ਤੇ ਕਿਉਂ ਥੋਪੇ ਜਾ ਰਹੇ ਨੇ। ਫਿਰ ਤੁਸੀਂ ਕਹਿੰਦੇ ਹੋ ਕਿ ਇਹ ਉੜਦਾ ਪੰਜਾਬ ਤੇ ਉੜ ਗਿਆ ਤੇ ਜਿਹੜਾ ਢਹਿੰਦਾ ਪੰਜਾਬ ਹੈ ਉਹ ਇੱਥੇ ਖੜਾ ਹੈ। ਤੇ ਫਿਰ ਅਮਿਤ ਸ਼ਾਹ ਜੀ ਕਹਿ ਰਹੇ ਸੀ ਇਹ ਫੁੱਫੜ ਕੜੇ ਖੜੇ ਹੋਏ ਨੇ ਇੱਥੇ, ਤੂੰ ਤੇ ਕਹਿੰਦਾ ਸੀ ਇੰਜ ਹੋ ਗਿਆ ਤੇ ਤੂੰ ਤੇ ਕਹਿੰਦਾ ਸੀ ਉਂਝ ਹੋ ਗਿਆ। ਪੰਜਾਬ ਜਾਗਦਾ ਹੈ ਤੇ ਦਿੱਲੀ ਦੇ ਵਿੱਚ ਅਸੀਂ ਲੋਕ ਬੈਠੇ ਆ। ਦਿੱਲੀ ਦੇ ਵਿੱਚ ਇਹੋ ਜੀ ਕੋਈ ਗਲਤ ਗੱਲ ਨਾ ਤੇ ਸਾਡਾ ਪੰਜਾਬ ਕਰੇਗਾ ਤੇ ਨਾ ਹੀ ਸਾਡਾ ਸਿੱਖ ਸਮਾਜ ਕਰੇਗਾ। ਹਾਂ, ਸ਼ਾਂਤੀਪੂਰਵਕ ਬੈਠੇ ਆ। ਸ਼ਾਂਤੀਪੂਰਵਕ ਬੈਠਣ ਦੇ ਉੱਤੇ ਹੀ अगर ये सरकारां हिल ना गईयां तो तुसी साडा नाम बदल देना। तो ये तो देश को ना वो कहते हैं ना अंबानीस्तान अडानिस्तान, वो बेचने का काम कर रहा है, वो बनाना चाह रहा है देश को गुलाम, अंग्रेजों से भी बड़ा गुलाम बनाना चाह रहा है। अंग्रेज भी ठीक थे, इतना जुल्म तो उन्होंने भी नहीं कराया। हिटलर भी ठीक था, एक तानाशाह था और ये कहते थे कि बेटी नहीं बचाओगे तो घरवाली कहाँ से लाओगे। मैं पूछना चाहता हूँ मोदी साहब, अगर आप खेती नहीं बचाओगे तो अनाज कहाँ से खाओगे, रोटी कहाँ से खाओगे। मैं इस बात का जवाब चाहता हूँ भाई साहब। मेरा नाम ਧਰਿੰਦਰਜੋਤ ਸਿੰਘ ਆ। ਆਪਾਂ ਇਹ ਮੋਦੀ ਨੂੰ ਰੱਦ ਕਰਨੇ ਚਾਹੀਦੇ ਆ। ਬਹੁਤ ਜ਼ਿਆਦਾ ਇੱਥੇ ਕਿਸਾਨ ਪਹੁੰਚਣ ਡਿਆ ਵਾ। ਕਿੰਨਾ ਕੁ ਚਿਰ ਚੱਲੂਗਾ? ਆਪਾਂ ਨੇ 6-6 ਸਾਲ 2-2 ਸਾਲ ਦੇ ਰਾਸ਼ਨ ਲੈ ਕੇ ਹੀ ਆਏ ਆ। ਘੁੰਮਣ ਵਾਲੇ ਪਾਤਸ਼ਾਹ ਦੇ ਲੰਗਰ ਲਾਏ ਹੋਏ ਆ, ਇਹ ਚੱਲਦੇ ਰਹਿਣੇ ਸਦਾ। ਬਾਬੇ ਨਾਨਕ ਦਾ ਲੰਗਰ ਆ। ਕਿਸਾਨ ਨੂੰ ਆਪਣੇ ਮੋਦੀ ਨੂੰ ਸਮਝਣਾ ਚਾਹੀਦਾ ਕਿ ਆਪਣੇ ਰੱਦ ਕਰੋ। ਕਿਸਾਨ ਏਕਤਾ ਜਿੰਦਾਬਾਦ। ਅਮਰਜੋਤ ਸਿੰਘ ਗੁਰਦਾਸਪੁਰ ਜ਼ਿਲ੍ਹੇ ਤੋਂ ਆਪਾਂ ਆਏ ਆ। ਇਹ ਜੇ ਮੋਦੀ ਜਿਹੜਾ ਕਾਲੇ ਕਾਨੂੰਨ ਲੈ ਕੇ ਆਇਆ ਵਾ ਉਹਨੂੰ ਰੱਦ ਕਰਵਾ ਕੇ ਹੀ ਆਪਾਂ ਜਾਵਾਂਗੇ। ਆਪਾਂ ਇਦਾਂ ਨਹੀਂ ਜਾਵਾਂਗੇ। ਕਿਸਾਨ ਏਕਤਾ ਜਿੰਦਾਬਾਦ। ਧੰਨਵਾਦ ਜੀ। ਜਜ਼ਬਾ ਵੇਖ ਸਕਦੇ ਆ। ਵੀਰਾਂ ਨੇ ਗੱਲ ਕੀਤੀ ਹੈ ਕਿ ਅਸੀਂ ਅਸਤਵਾਦੀ ਨਹੀਂ ਗੀ, ਮੈਸੇਜ ਦਿੱਤਾ ਵਾ। ਭਾਈ ਸਾਹਿਬ ਨਾਲ ਆਪਾਂ ਗੱਲਬਾਤ ਕੀਤੀ ਸੀ, ਸਾਰਿਆਂ ਨਾਲ ਗੱਲਬਾਤ ਹੋ ਰਹੀ ਆ। ਇੱਕੋ ਹੀ ਗੱਲ ਕੀਤੀ ਜਾ ਰਹੀ ਹੈ ਕਿ ਅਸੀਂ ਕਿਸਾਨ ਦੇ ਪੁੱਤ ਆ, ਅਸੀਂ ਕਿਸਾਨ ਦੀਆਂ ਧੀਆਂ ਵਾਂ। ਇਹ ਕਾਲੇ ਕਾਨੂੰਨ ਜਿਹੜੇ ਬਣੇ ਆ, ਕਾਨੂੰਨ ਦੇ ਘਾੜੇ ਨੇ ਕੋਲੇ ਕਾਨੂੰਨ ਤੇ ਬਣਾਤੇ ਆ, ਪਰ ਕਿਸਾਨੀ ਦੇ ਹੱਕ ਦੇ ਵਿੱਚ ਨਹੀਂ ਆ। ਹੁਣ ਜੇ ਕਾਲੇ ਕਾਨੂੰਨ ਵਾਪਸ ਨਹੀਂ ਲਓਗੇ, ਅਸੀਂ ਹੁਣ ਜੇ ਵਾਪਸ ਨਹੀਂ ਜਾਵਾਂਗੇ। ਤੁਹਾਡੇ ਬਰੂਹੇ ਮੱਲੇ ਅਸੀਂ ਬਰੂਹੇ ਬੰਦ ਕੀਤੇ ਆ। ਸ਼ਾਇਦ ਤੁਸੀਂ ਚੋਰ ਮੋਰੇ ਥਾਣੀ ਜਾ ਰਹੇ ਹੁਣ, ਕਿਉਂ ਜੀ? ਫਿਰ ਤਾਂ ਫਤਿਹ ਸਾਂਝ ਪਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਵਾਂ ਦੇ ਵਿੱਚ ਤੁਹਾਡਾ ਅਕਾਲ ਚੈਨਲ ਤੇ ਵੱਡਾ ਯੋਗਦਾਨ ਵੇਖਿਆ। ਅੱਜ ਆਪਾਂ ਆਵਾਜ਼ ਬਣੇ ਇੱਧਰਲੇ ਪਾਸੇ ਕਿਸਾਨਾਂ ਦੇ ਨਾਲ ਖਲੋਤੇ ਆਪਾਂ, ਜਿੱਥੇ ਸਵਾਵਾਂ ਕਰ ਰਹੇ ਆ, ਨਾਲ ਨਾਲ ਆਵਾਜ਼ ਵੀ ਬਣੇ ਹੋਏ ਆ। ਕਿਵੇਂ ਲੱਗਾ? ਪਹਿਲੇ ਦਿਨ ਤੋਂ ਸਵਾਵਾਂ ਕੀਤੀਆਂ ਤੇ ਨਾਲ ਜੋ ਅਕਾਲ ਚੈਨਲ ਆਵਾਜ਼ ਵੀ ਬਣਿਆ ਵਾ, ਤੁਹਾਨੂੰ ਕਿਵੇਂ ਦਾ ਲੱਗ ਰਿਹਾ? ਦੇਖੋ ਜੀ, ਸੇਵਾ ਸਿਮਰਨ ਵੰਡ ਛਕਣਾ ਕਿਰਤ ਕਰਨਾ ਇਹ ਤੇ ਆਪਣੀ ਸਿੱਖੀ ਦੇ ਸਿਧਾਂਤ ਹੈਗੇ ਨੇ ਜੋ ਗੁਰੂ ਮਹਾਰਾਜ ਜੀ ਨੇ ਸਾਨੂੰ ਦਿੱਤੇ ਨੇ। ਔਰ ਆਪਣੇ ਜਿਹੜੇ ਕਿਸਾਨ ਪੰਜਾਬ ਤੋਂ ਇੰਨੀ ਮਤਲਬ ਚੱਲ ਕੇ ਤੇ ਅੱਜ ਦਿੱਲੀ ਦੇ ਬਾਰਡਰ ਤੇ ਆਏ ਨੇ। ਦੇਸ਼ ਵਿਦੇਸ਼ ਦੀਆਂ ਸੰਗਤਾਂ ਆਪ ਜੀ ਰਾਹੀਂ ਯਾਨੀ ਅਕਾਲ ਚੈਨਲ ਰਾਹੀਂ ਸਾਰੇ ਜੋ ਦੇਖ ਰਹੇ ਨੇ ਉਹਨਾਂ ਸਭ ਨੂੰ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਸਭ ਦੇ ਸਹਿਯੋਗ ਦੇ ਨਾਲ ਸਾਡੀ ਬੈਕ ਕਹਿੰਦੇ ਨੇ ਨਾ ਪੇਕਾ ਘਰ ਜਦੋਂ ਮਜ਼ਬੂਤ ਹੁੰਦਾ ਨਾ ਤੇ ਫਿਰ ਧੀਆਂ ਵੀ ਬੜੇ ਆਰਾਮ ਨਾਲ ਲੜਦੀਆਂ। ਸਾਡਾ ਪੇਕਾ ਮਜ਼ਬੂਤ ਹੈ, ਪੇਕਾ ਪੰਜਾਬ ਵੀ ਹੈ ਤੇ ਪੇਕਾ NRI ਵੀ ਹੈ। ਉਹ ਸਾਰਿਆਂ ਦੀ ਮਦਦ ਦੇ ਨਾਲ ਅਸੀਂ ਲੋਕ ਇੱਥੇ ਡਟੇ ਹੋਏ ਆ ਔਰ ਆਪਣੀ ਸੇਵਾ ਵੀ ਇੱਧਰ ਕਰਦੇ ਆ ਔਰ ਆਪਣੇ ਭਰਾਵਾਂ ਦੇ ਨਾਲ, ਆਪਣੇ ਪਿਤਾ ਸਮਾਨ ਬਜ਼ੁਰਗਾਂ ਦੇ ਨਾਲ ਖੜੇ ਆ, ਕਿਉਂਕਿ ਸਾਡੇ ਨਾਨਕੇ ਵੀ ਕਿਸਾਨ ਤੇ ਸਾਡੇ ਦਾਦਕੇ ਵੀ ਕਿਸਾਨ। ਠੀਕ ਹੈ, ਅਸੀਂ ਦਿੱਲੀ ਵਾਸੀ ਹੈਗੇ ਆ ਲੇਕਿਨ ਪਿਛੋਕੜ ਤੇ ਸਾਡਾ ਸਾਰਾ ਕਿਸਾਨੀ ਵਾਲਾ ਹੀ ਹੈ। ਔਰ ਅਸੀਂ ਚਾਹੁੰਦੇ ਆ ਕਿ ਅਮਿਤ ਸ਼ਾਹ ਜੀ ਨੂੰ ਤੇ ਆਪਣੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜਲਦ ਤੋਂ ਜਲਦ ਕਿਸਾਨਾਂ ਦੇ ਮੁੱਦੇ ਹੱਲ ਕੀਤੇ ਜਾਣ। ਜਿਹੜੇ ਕਾਲੇ ਕਾਨੂੰਨ ਨੇ ਉਹ ਵਾਪਸ ਲਿੱਤੇ ਜਾਣ। ਮਤਲਬ ਸਰਕਾਰਾਂ ਕਹਿੰਦੀਆਂ ਨੇ ਸਰਦਾਰਾਂ ਨੂੰ ਕਿ ਇਹ ਜਿਹੜੇ ਕਾਨੂੰਨ ਨੇ ਨਾ ਇਹਨਾਂ ਵਾਸਤੇ ਬੜੇ ਲਾਭਦਾਇਕ ਨੇ, ਪ੍ਰੋਫਿਟ ਵਾਲੇ ਨੇ। ਜਦੋਂ ਸਰਦਾਰ ਕੌਮ ਨੂੰ, ਸਿੰਘਾਂ ਨੂੰ, ਕਿਸਾਨਾਂ ਨੂੰ, ਜਾਟਾਂ ਨੂੰ,
ਪੰਜਾਬ ਨੂੰ, ਹਰਿਆਣਾ ਨੂੰ, ਪੂਰੇ ਦੇਸ਼ ਦੇ ਕਿਸਾਨਾਂ ਨੂੰ ਜਦੋਂ ਸਾਨੂੰ ਪਤਾ ਲੱਗ ਰਿਹਾ ਕਿ ਸਾਡੇ ਲਾਭਦਾਇਕ ਨਹੀਂ ਨੇ ਤੇ ਸਾਡੇ ਤੇ ਕਿਉਂ ਥੋਪੇ ਜਾ ਰਹੇ ਨੇ। ਜਿਹੜੀ ਚੀਜ਼ ਸਾਨੂੰ ਨਹੀਂ ਚਾਹੀਦੀ ਉਹ ਤੁਸੀਂ ਸਾਡੇ ਤੇ ਕਿਉਂ ਥੋਪੀ ਜਾਂਦੀ ਹੈ। ਉਸ ਤੋਂ ਬਾਅਦ ਉਹ ਕਾਨੂੰਨਾਂ ਦੇ ਵਿੱਚ ਇਹ ਕਾਨੂੰਨ ਹੋਏਗਾ ਤੁਹਾਨੂੰ ਇੱਧਰ ਕੋਰਟ ਜਾਣਾ ਪਏਗਾ, ਇਹ ਕਾਨੂੰਨ ਹੋਏਗਾ ਤੇ ਇਸ ਕੋਰਟ ਜਾਣਾ ਪਏਗਾ। ਹੁਣ ਅਸੀਂ ਪਹਿਲੇ ਬੇਟੀ ਬਚਾਓ ਬੇਟੀ ਪੜਾਓ ਦੇ ਵਿੱਚ ਕੋਰਟਾਂ ਵਿੱਚ ਧੱਕੇ ਖਾਈਏ, ਹੁਣ ਅਸੀਂ ਆਪਣੇ ਕਿਸਾਨਾਂ ਵਾਸਤੇ ਵੀ ਉੱਥੇ ਧੱਕੇ ਖਾਈਏ। ਇਹ ਤੇ ਕੋਈ ਗੱਲ ਨਾ ਹੋਈ। ਮੋਦੀ ਸਾਹਿਬ, ਹੁਣ ਮੋਦੀ ਸਾਹਿਬ ਨੂੰ ਠੀਕ ਹੈ, ਅਸੀਂ ਸਾਰੇ ਜਣੇ ਉਹਨਾਂ ਦਾ ਮਾਣ ਸਨਮਾਨ ਕਰਦੇ ਹਾਂ, ਪੂਰੀ ਕੌਮ ਸਾਡੇ ਪਿੱਛੇ ਖੜੀ ਹੈ, ਅਸੀਂ ਉਹ ਆਪਣੇ ਦੇਸ਼ ਦਾ ਮਾਣ ਸਨਮਾਨ ਕਰਦੇ ਹਾਂ, ਸੀਸ ਕਟਾਉਂਦੇ ਆ, ਬੱਚਿਆਂ ਨੂੰ ਅੱਗੇ ਕਰਦੇ ਆ। ਫਿਰ ਤੁਸੀਂ ਕਹਿੰਦੇ ਹੋ ਕਿ ਇਹ ਉੜਦਾ ਪੰਜਾਬ ਤੇ ਉੜ ਗਿਆ ਤੇ ਜਿਹੜਾ ਢਹਿੰਦਾ ਪੰਜਾਬ ਹੈ ਉਹ ਇੱਥੇ ਖੜਾ ਹੈ। ਤੇ ਫਿਰ ਅਮਿਤ ਸ਼ਾਹ ਜੀ ਕਹਿ ਰਹੇ ਸੀ ਇਹ ਫੁੱਫੜ ਕੜੇ ਖੜੇ ਹੋਏ ਨੇ ਇੱਥੇ, ਤੂੰ ਤੇ ਕਹਿੰਦਾ ਸੀ ਇੰਜ ਹੋ ਗਿਆ ਤੇ ਤੂੰ ਤੇ ਕਹਿੰਦਾ ਸੀ ਉਂਝ ਹੋ ਗਿਆ। ਪੰਜਾਬ ਜਾਗਦਾ ਹੈ। ਪੰਜਾਬ ਦੇ ਨਾਲ ਮੈਂ ਅੱਜ ਆਪ ਜੀ ਦੇ ਚੈਨਲ ਦੇ ਰਾਹੀਂ ਕਹਿੰਦੀ ਹਾਂ, ਪੂਰੀ ਦਿੱਲੀ ਵੀ ਜਾਗਦੀ ਹੈ। ਜਿੱਥੇ ਪੰਜਾਬ ਦੇ ਵਿੱਚ ਗੈਰ ਬੀਜੇਪੀ ਨੇ, ਉੱਥੇ ਦਿੱਲੀ ਦੇ ਵਿੱਚ ਵੀ ਗੈਰ ਬੀਜੇਪੀ ਸਰਕਾਰ ਹੈਗੀ ਹੈ। ਤੇ ਇਸ ਵਾਸਤੇ ਪੰਜਾਬ ਦੇ ਨਾਲ ਸਾਡਾ ਪਿਤਾ ਸਮਾਨ ਪੂਰਵਜ ਨੇ ਸਾਡੇ ਉਧਰ, ਤੇ ਦਿੱਲੀ ਦੇ ਵਿੱਚ ਅਸੀਂ ਲੋਕ ਬੈਠੇ ਆ। ਦਿੱਲੀ ਦੇ ਵਿੱਚ ਇਹੋ ਜੀ ਕੋਈ ਗਲਤ ਗੱਲ ਨਾ ਤੇ ਸਾਡਾ ਪੰਜਾਬ ਕਰੇਗਾ ਤੇ ਨਾ ਹੀ ਸਾਡਾ ਸਿੱਖ ਸਮਾਜ ਕਰੇਗਾ। ਹਾਂ, ਸ਼ਾਂਤੀਪੂਰਵਕ ਬੈਠੇ ਆ। ਸ਼ਾਂਤੀਪੂਰਵਕ ਬੈਠਣ ਦੇ ਉੱਤੇ ਹੀ ਅਗਰ ਇਹ ਸਰਕਾਰਾਂ ਹਿੱਲ ਨਾ ਗਈਆਂ ਤੇ ਤੁਸੀਂ ਸਾਡਾ ਨਾਮ ਬਦਲ ਦੇਣਾ। ਬਾਕੀ ਵਾਹਿਗੁਰੂ ਜੀ ਦੇ ਅੱਗੇ ਇਹੀ ਬੇਨਤੀ ਕਰ ਰਹੇ ਆ ਕਿ ਜਲਦੀ ਤੋਂ ਜਲਦੀ ਸਾਡੇ ਸਿੰਘਾਂ ਦਾ, ਸਾਡੇ ਬੱਚੇ ਜਿਹੜੇ ਟਰਾਲੀਆਂ ਦੇ ਉੱਤੇ ਬੈਠੇ ਹੋਏ ਨੇ, ਉਹਨਾਂ ਬੱਚਿਆਂ ਦੇ ਨਾਲ ਪੜ੍ਹਾਈਆਂ ਵੀ ਚੱਲਦੀਆਂ ਪਈਆਂ ਨੇ, ਬਈ ਉਹਨਾਂ ਉਹਦੇ ਤੇ ਕੋਈ ਤਰਸ ਖਾਏ। ਬਾਕੀ ਹੱਕ ਲੈਣੇ ਤੇ ਫਿਰ ਤੁਹਾਨੂੰ ਪਤਾ ਹੀ ਹੈ, ਸਾਡਾ ਹੱਕ ਇੱਥੇ ਰੱਖੋ ਤਾਂ ਸਾਨੂੰ ਆਂਦਾ ਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫੌਜਾਂ ਪਹੁੰਚ ਚੁੱਕੀਆਂ ਸਾਡੇ ਕੋਲ। ਤੁਸੀਂ ਭੈਣ ਜੀ ਦੀ ਆਵਾਜ਼ ਸੁਣੀ ਆ। ਭੈਣ ਜੀ ਅਮਰਜੀਤ ਕੌਰ ਤੇ ਸੇਵਾਵਾਂ ਦੇ ਵਿੱਚ ਵੱਡਾ ਯੋਗਦਾਨ ਸਾਡੇ ਨਾਲ ਪਾ ਰਹੇ ਆ ਤੇ ਕਿਸਾਨੀ ਦੀ ਆਵਾਜ਼ ਵੀ ਬਣੇ ਹੋਏ ਆ। ਇਹ ਕਹਿੰਦੇ ਕਿ ਜਦੋਂ ਪੇਕਾ ਘਰ ਖੁਸ਼ ਹੋਵੇ ਨਾ ਤੇ ਠੰਡੀਆਂ ਹਵਾਵਾਂ ਆਉਂਦੀਆਂ ਵਾ। ਤੇ ਮੇਰਾ ਪੇਕਾ ਪੰਜਾਬ ਹੀ ਆ, ਬੇਸ਼ੱਕ ਅਸੀਂ ਦਿੱਲੀ ਵਸੇ ਹੋਏ ਆ। ਪੇਕਾ ਨਾਲ ਤਾਂ ਕਿ ਦਾਦਕੇ ਨਾਨਕੇ ਉੱਥੋਂ ਦੇ ਪੂਰਵਜ ਉੱਥੇ ਹੁੰਦੇ ਆ, ਉੱਥੋਂ ਚੱਲੇ ਹੋਏ ਆ। ਕੋਈ ਦਿੱਲੀ ਵਸਿਆ, ਕੋਈ ਬਾਹਰ ਵਸਿਆ, ਕੋਈ NRI ਆ, ਕੋਈ ਕਿਤੇ ਪਹੁੰਚਿਆ ਹੋਇਆ ਵਾ। ਤੇ ਜੇ ਪੰਜਾਬ 'ਚ ਦੁੱਖ ਹੋਊਗਾ ਤੇ ਸਾਰਿਆਂ ਨੂੰ ਦਰਦ ਬਰਾਬਰ ਦੀ ਹੋਣੀ ਆ ਬਾਬਾ ਜੀ। ਇਹਦਾ ਨਾਂ ਪਾਤਸ਼ਾਹ, ਇਹ ਤਾਂ ਹੁਣ ਇੱਕ ਮਹਾਰਾਜ ਨੇ ਬਚਨ ਲਿਖੇ 10ਵੇਂ ਪਾਤਸ਼ਾਹ ਜੀ ਨੇ ਤਾਂ ਸਾਰੀ ਫੌਜ ਨੂੰ, ਸਾਰੇ ਧਰਮਾਂ ਨੂੰ ਇਕੱਤਰ ਕਰ ਦਿੱਤਾ। ਹੁਣ ਤਾਂ ਇਸ ਤੋਂ ਬਾਅਦ ਇਹ ਖਾਲਸੇ ਦਾ ਰਾਜ ਹੀ ਹੋਣਾ। ਇਹ 1975 ਦੇ ਵਿੱਚ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ। ਉਦੋਂ ਵੀ ਇੰਦਰਾ ਗਾਂਧੀ ਕਹਿੰਦੀ ਸੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਨਹੀਂ ਮਨਾਉਣਾ। ਉਦੋਂ ਸਾਡੇ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡ ਵਾਲੇ ਉਸ ਟਾਈਮ ਦੇ ਉੱਤੇ ਮੋਰਚਾ ਉਹਨਾਂ ਨੇ ਤੋੜਿਆ ਸੀ। ਹੁਣ ਵੀ ਸਾਡੀ ਫੌਜਾਂ ਦੀ ਸਾਰਿਆਂ ਦੀ ਏਕਤਾ ਹੋ ਗਈ ਹੈ। ਸਾਰੇ ਵਿਸ਼ਵ ਦੇ ਸਾਡੇ ਕਿਸਾਨ ਭਰਾ ਇੱਥੇ ਪਹੁੰਚੇ ਹੋਏ ਨੇ। ਹੁਣ ਤਾਂ ਇਹ ਜਿੱਦਾਂ ਹੁਣ ਮਾੜੀ ਮੋਟੀ ਕੋਈ ਅਕਲ ਹੋਵੇ ਜਾਂ ਉਹਨੂੰ ਮਾੜਾ ਮੋਟਾ ਦਿਖਦਾ ਹੋਵੇ, ਉਹਨੂੰ ਆਪ ਹੀ ਸ਼ਰਮ ਆਉਣੀ ਚਾਹੀਦੀ ਹੈ ਵੀ ਅਸੀਂ ਮੱਥਾ ਕਿਹਦੇ ਨਾਲ ਲਾ ਲਿਆ। ਇਹ ਗੁਰੂ ਨਾਨਕ ਦਾ ਪਰਿਵਾਰ ਹੈ, ਨਾ ਇਹ ਕਿਸੇ ਤੋਂ ਡਰਦਾ ਤੇ ਨਾ ਇਹ ਕਿਸੇ ਨੂੰ ਡਰਾਉਂਦਾ ਹੈ। ਜੇ ਮਾੜਾ ਮੋਟਾ ਉਹਨਾਂ ਨੂੰ ਸ਼ਰਮ ਹੈਗੀ ਤਾਂ ਉਹ ਆਪੇ ਆ ਕੇ ਕਿਸਾਨਾਂ ਦੇ ਚਰਨੀ ਲੱਗ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। फतेह जी आज बाबा आपने मैं पहले तो आप सबको राम राम। मैं हरियाणा से। कहाँ से? और ये जो हमारे गुरुजी खड़े हैं, मैं इनको भी नमस्कार। और गुरुजी ने हमारे को एक बात बोली, मैं ये बात कहना चाहूँ कि हमारा आज सौभाग्य है जो इतने बड़े बड़े संतों के हमारे को दर्शन हुए, इन्होंने हमारे को जगाया, जो इतनी बड़ी बड़ी इन्होंने कुर्बानियां दी, हमें भी मौका दिया कुर्बानी देने का। और मैं जो ये राजनीतिक दल है, मैं इनको एक बात, एक संदेश देना चाहता हूँ। जो हमारे को हरियाणा पंजाब को जो लड़वा रहे थे, जो आज एकता होगी, जो प्यार बढ़ गया, कि जो आप SYL खुदवा देते हो, हंसी बटाना खुदवा देते हो। हमारा कोई पानी का मुद्दा नहीं है, कोई किसी भी चीज का मुद्दा नहीं है, ना ही कोई किसान को जरूरत है। अगर हम इन गुरुजी के पास, इन पंजाब वाले भाइयों के पास जाकर अगर जोड़ी फैला के ये बोलेंगे ना कि हमको पानी चाहिए, ये दूध देने तक तैयार है, दूध देने तक के लिए तैयार है आज हमारे को। और मैं कहना चाहता हूँ कि जितना एक ये रामायण वाला काम, जो मेन मुद्दा वो बीजेपी सरकार के साथ है, मोदी के साथ है, ये जो एक रामायण जो आपने पढ़ी है, सुनी है, लिखी है, जो देखी है, तो ये रामायण चल पड़ी एक, वो आज कलयुग में रामायण हो गई है कि ये हमारे श्री राम है और हम छोटे भाई लक्ष्मण। और जो यूपी ने हमारा साथ दिया वो हमारा हनुमान। और जो सारी सेना इस टाइम इकट्ठी होगी, कश्मीर से कन्याकुमारी तक सब एक है, सब इकट्ठे हो चुके हैं। और जो ये रावण है, ये 10 सिरों वाला रावण, कलयुगी रावण, उसको जो रावण थे उसकी हम पूजा करते थे, लेकिन ये राक्षस है, कलयुगी राक्षस, 10 सिर जरूर है इसके। हर स्टेट में जाके जो चेहरा बदलता है। मैं कहना चाहता हूँ कि ये जो काले कानून है भाई साहब, ये सीता हरण, इसको बचा लो। और सारे भाइयों से विनती है, जो मैं कहता हूँ एक छोटी सी बात और लास्ट बात बोलना चाहूँ भाई, कि भाई एक बीमारी चल रही थी, हरियाणा में बोल लूंगा, 2 बीमारी और चल रही थी। एक तो कोरोना चली, इन्होंने बीमारी महामारी बनाई दी, तो कुछ है नहीं, कोई 0 पेशेंट आज तक मिला नहीं। एक 2 बीमारी चल रही थी, एक तो PUBG और एक टिकटॉक। और PUBG पे घर घर गला फौजी हो गया था, और न्यू फौजी इतने मार दिए। और एक घर घर गला बदमाश हो गया था टिकटॉक पे, न्यू कर देंगे फलाने दिकड़ी।
ये वो बदमाशी कड़ा है भाई, ये वो जोश कड़ा है। मैं तो उन सारे भाइयों ने भी न्यू संदेश दूं भाई, जोश दिखाने का और देशभक्ति का टाइम इबो अपना खतर आया। जब अपने बड़े बुजुर्ग, इतने बड़े बड़े संत महात्मा, इतने बुजुर्ग अपने बीच में खड़े हैं नहीं, तो अपनी भी एकजुटता दिखाओ। तारे खतर भी भाई साहब खुला दिल का स्वागत है। मैंने को ज्यादा भाई सारे संख्या में पहुंचो और अपनी धरती में। क्या तो कहाँ से आए आप? मेरा नाम मंजीत है भाई, मैं हरियाणा से हूँ, कैथल से। हाँ जी भाई साहब। और जो मैं ये कहूँ नहीं, धरती पे एक स्वर्ग, मोदी जी कहूंगा, चलो वैसे तो हाँ मोदी जी भी कहूंगा कि चलो उन्होंने बना दिया शासक है, लेकिन भाई जो प्यार बना दिया ना एक धरती पर स्वर्ग में, मैं न्यू धन्यवाद। मैं न्यू भी कहूँ भाई, यो जो प्यार उरा बने है ना, जो ये प्यार देखने में मिला है, अगर किसी भाई का गाली दे दिया, मोटा लग जाए, वो भाई फिर भी नहीं कहोगा भाई कोई नहीं तू पहला जा। ये स्वर्ग दिखा दिया, मरते धरती पर स्वर्ग दिखा दिया। और इसका जो बीजेपी है ना, इसका तो मैं हरियाणा में बोलने नहीं करा, ओका पानी बंद, इसका तो मैंने ओका पानी बंद कर दिया, बायो कट कर दिया, नहीं दिखा दिया। असल में तो अगले इलेक्शन की तो बहुत दूर की बात है, असल में तो बीच में बजा दिया, इस्तीफा देगा। यहाँ खालिस्तानी आ गए, गोदी मीडिया हमारा पहले दिन से कह रहा था खालिस्तान आ गया, प्रचार बहुत गलत हो रहा था। आप क्या देख रहे हैं यहाँ? कोई खालिस्तानी, कोई कश्मीरी, कोई, क्योंकि जात और मजहब की यहाँ बात नहीं हो रही, यहाँ तो केवल किसानी की बात हो रही है, पानी की कोई बात नहीं हो रही। आपने भी कह दिया कि हम कहेंगे तो दूध मिल सकता है, वो सही बात है कि आप जब बात करेंगे जाके तो उसके खालिस्तानी जो आपने बोला खालिस्तानी, अगर ये खालिस्तानी है ना, आपको यहाँ किसी के हाथ में कोई हथियार दिख रहा, कोई 47 कोई बंदूकें दिख रही, ये नेशनल मीडिया जो गोदी मीडिया किसी के ट्रैक्टर पे पोस्टर चिपका दिया करे ये बंदूकें वो है, ये खालिस्तानी है वो। अगर ये खालिस्तानी है ना, तो हम भी पाकिस्तानी है, हम भी अफगानिस्तानी है। यहाँ कुछ ऐसा कुछ नहीं है। जो आदिवासी आ गया उसको नक्सलवादी, हिंदू मुसलमान लड़वा दिया, ये इनका एक मतलब खुद ये बिड़वाने की साजिश है। हाँ एजेंडा है, ये खुद बिड़वाने की साजिश है। और मैं कहना चाहता हूँ कि जो ये ऐसी राजनीति है, ये इस राजनीतिक दलों को मैं सबको कहना चाहता हूँ, अगर वैसे कोई विपक्ष आता है उसका स्वागत है, लेकिन अगली बार आपका भी सुपड़ा साफ, अगला नेता ऐसा होगा कि किसान के बेटे जैसा होगा। हम अपने किसान को, नेताओं को आगे बढ़ाना चाहते हैं। और मैं सभी को ये संदेश देना चाहता हूँ, जितने हमारे गांव के सरपंच भी हैं, एमएलए हैं, जितने भी हैं, उनको भी ये बात कहना चाहता हूँ कि आप सरपंच के उस पे पद पे ना रहो, आप ऊपर उठो, जागरूक हो और ऊपर जाओ। आपको हम पीएम पे बिठाएं कुर्सी पे, जैसे कि दुष्यंत चौटाला ने कराया। एक जननायक जनता पार्टी बनाई थी हमारे हरियाणा में दुष्यंत ने, जो संसद में ट्रैक्टर लेके पहुंचे करता, और आज उसकी ट्रैक्टर की चाबी गुम होगी। उसने देवीलाल का परिवार का जो देवता थे चौधरी चरण सिंह सर छोटराम के बराबर के, उनके खून को मतलब उसके दब्बा लगवा दिया, जो वो लगवाया। मतलब ऐसा नेता हमारे को नहीं चाहिए जो उनको एक रहना गुमशुदा की तलाश। आपने ट्रेन में देखा हो गया, वो हमारा गुमशुदा हो गया। आज हमने ऐसे नेता की जरूरत नहीं है, ऐसे दुष्ट की दुश्मन की जरूरत नहीं है, ऐसे मोदी देश विरोधी की भी जरूरत नहीं है। हमने किसान की जरूरत है, जो किसान जिसने मेहनत करके देखी है, जिस जो किरत करता है, मेहनत करता है। मतलब ऐसे नेता की जरूरत है जो दुख दर्द को समझे, जिसने गरीबी देखी हो जी। अन्नदाते ਦੀ ਗੱਲ ਹੋ ਰਹੀ ਹੈ ਤੇ ਵੀਰ ਨੇ ਇੱਕੋ ਗੱਲ ਕੀਤੀ ਹੈ ਕਿ ਸਾਡਾ ਨੇਤਾ ਕੈਸਾ ਹੋ, ਕਿਸਾਨ ਜੈਸਾ ਹੋ। ਮਤਲਬ ਕਿ ਕਿਸਾਨ ਚੰਗਾ ਵਾ ਤੇ ਕਿਹਾ ਜਾ ਰਿਹਾ ਕਿ ਸਾਡਾ ਆਉਣ ਵਾਲਾ ਨੇਤਾ ਵੀ ਜਿਹੜਾ ਵਾ ਉਹ ਕਿਸਾਨ ਵਰਗਾ ਹੋਣਾ ਚਾਹੀਦਾ ਵਾ। ਰਾਮ ਰਾਜ ਫੇਰ ਹੀ ਆ ਸਕਦਾ ਵਾ ਜੇ ਇਹੋ ਜਿਹੇ ਲੋਕ ਆਉਣਗੇ, ਜੇ ਚੰਗੇ ਲੋਕ ਅੱਗੇ ਆਉਣਗੇ। ਇਸ ਰਾਜ ਦੀ ਤੁਲਨਾ ਵੀਰ ਨੇ ਬਖੂਬੀ ਕਰ ਦਿੱਤੀ ਆ ਤੇ ਦੱਸ ਦਿੱਤਾ ਕਿ ਜੇ ਤੁਸੀਂ ਖਾਲਿਸਤਾਨੀ ਹੋ ਤੇ ਕਹਿੰਦਾ ਕਿ ਮੈਂ ਪਾਕਿਸਤਾਨੀ ਤੇ ਫਿਰ ਅਫਗਾनिस्तानी ਵੀ ਹਾਂ, क्योंकि साडे हाथों में बंदूका नहीं गया। ये तो देश को ना वो कहते हैं ना अंबानीस्तान अडानिस्तान, वो बेचने का काम कर रहा है, वो बनाना चाह रहा है देश को गुलाम, अंग्रेजों से भी बड़ा गुलाम बनाना चाह रहा है। अंग्रेज भी ठीक थे, इतना जुल्म तो उन्होंने भी नहीं कराया। हिटलर भी ठीक था, एक तानाशाह था। कि जब वोटें लेनी है तो फिर कह देते हम लोकतंत्र, इधर थोड़ा आगे आ जाओ। लोकतंत्र की बात होती है कि हम लोकतंत्र है, और जब थोपना हो, कानून थोपना हो, तो फिर कारपोरेट घराने आगे आ जाते हैं। कारपोरेट बिल्कुल जी बिल्कुल, लोकतंत्र को तो इन्होंने बदनाम कर दिया, लोकतंत्र की तो इन्होंने हत्या कर दी। जो संविधान बनाया डॉक्टर भीमराव अम्बेडकर ने, जो संविधान बनाया था इतने अच्छे लोगों के बारे में, उन्होंने अटल बिहारी वाजपेयी जैसे नेता थे जो इतने बढ़िया नेता थे, बीजेपी के पास बीजेपी के ऊपर भी दब्बा लगवा दिया। लोकतंत्र की तो बात बिल्कुल इन्होंने नष्ट कर ही दी। ये तो एक जहरीली हवा फैलाने का काम कर रहे हैं, प्रदूषण फैला रहे हैं जो एक दूसरे के बीच में वो मतलब। लेकिन भाई साहब जो आज का जो टाइम है, इस टाइम एक बच्चा जागरूक हो चुका है। और ये एक बात और कहते थे कि बेटी बचाओ बेटी पढ़ाओ, आज आप खुद भी देख रहे हो, बेटी भी दुखी, बेटी दुखी है। जो 8 महीने से कोरोना की आड़ जो इन्होंने चलाया लॉकडाउन, वो घर बैठे आज अपने घर में कैद हो रही है। और बेटी पढ़ाओ, बेटी भी नहीं पढ़ रही, वो भी स्कूल सारे बंद कर रखे हैं। और ये कहते थे कि बेटी नहीं बचाओगे तो घर वाली कहां से लाओगे। मैं पूछना चाहता हूं मोदी साहब, अगर आप खेती नहीं बचाओगे तो अनाज कहां से खाओगे, रोटी कहां से खाओगे। मैं इस बात का जवाब चाहता हूं भाई साहब। आज पूरी इन हमारे लिए भी, हमको भी शर्म आती है, आंखों भूखे मर जाओगे गए, हाँ भूखे ही मर जाओगे। लेकिन एक शर्म की बात है भाई साहब, आज अपने देश के बुजुर्ग छोटे बच्चे भी आपने देखे होंगे, एक माताएं बहनें जो सारी सड़कों पे आ चुकी है। ये बहुत शर्म की बात है
और मैं कहना चाहता हूँ मोदी साहब को आपके चैनल के माध्यम से कि एक बार अपने या तो दिमाग का इलाज करवा लो, या फिर एक बार आईने के सामने खड़े होकर ना खुद से बातचीत करो कि आप कर क्या रहे हो। ये हिटलर वाला तानाशाह ना बनाओ जो अमीरों से लेके गरीबों को देता था, आप तो गरीबों से छीन के अमीरों को दे रहे हो। ये आप अपनी नाक का सवाल ना सोचो कि आपकी नाक कट जाएगी, हम तो फिर भी आपका स्वागत करेंगे अगर आप हमारी मांगे मान लो। और मैं सबको एक बात और कहना चाहता हूँ भाई साहब कि जैसे मोदी जैसा जो राक्षस है ना, ये अब काले कानूनों का रोला नहीं रहा, ये रोला तो बिल्कुल मतलब भगाने का काम है। ओक्का पानी बंद कर दो इनका, ओक्का पानी भाई साहब ये बात है जी, ओक्का पानी बंद करके बहिष्कार करना मतलब को बिल्कुल बस। ਹੁੱਕਾ ਪਾਣੀ ਬੰਦ ਕਰ ਦਿਓ, ਕਿਉਂਕਿ ਹੁੱਕੇ ਪਾਣੀ ਦੀ ਜਦੋਂ ਗੱਲ ਹੁੰਦੀ ਆ ਤੇ ਹਰਿਆਣਾ ਯਾਦ ਹੋ ਜਾਂਦਾ। ਇੱਥੇ ਵੀ ਵੀਰ ਕਈ ਹੁੱਕਾ ਲੈ ਕੇ ਬੈਠੇ ਹੋ, ਕਹਿੰਦੇ ਹੁੱਕਾ ਪਾਣੀ ਬੰਦ ਕਰ ਦਿਓ, ਕਿਉਂਕਿ ਬਿਲਕੁਲ ਰੋਟੀ ਬੇਟੀ ਦੀ, ਅਸੀਂ ਪੰਜਾਬੀ ਕਹਿੰਦੇ ਨੇ ਰੋਟੀ ਬੇਟੀ ਦੀ ਸਾਂਝ ਨਾ ਰੱਖੋ ਇਹਨਾਂ ਲੋਕਾਂ ਦੇ ਨਾਲ। ਇਹੋ ਹੀ ਗੱਲ ਆ ਕਿ ਹੁੱਕਾ ਪਾਣੀ ਬੰਦ ਕਰ ਦਿਓ ਤੇ ਆਉਣ ਵਾਲੇ ਸਮੇਂ ਦੇ ਜੇ ਪਤਾ ਲੱਗ ਜਾਊਗਾ ਕਿ ਤੁਸੀਂ ਕਾਨੂੰਨ ਦੇ ਘਾੜੇ ਕਿਵੇਂ ਦੇ ਕਾਨੂੰਨ ਬਣਾਉਂਦੇ, ਜੇ ਆਪ ਥਰੀਆਂ ਕਰੋਗੇ ਤੇ ਇਹ ਲੋਕ ਚੱਲਣ ਨਹੀਂ ਦੇਣਗੇ।